कौमी इंसाफ मोर्चे ते आई गुरु रूप साध संगत जी निमरत सहित फतेह अर्ज करते हैं। वाहिगुरु जी का खालसा वाहिगुरु जी की फतेह। साध संगत जी, सिख कौम नाल इस देश ने लगातार धक्के कीते हैं। जे सानू इस देश दे विच रखिया तो सब तो पहला धारा 25 अधीन जिथे गुरु नानक साहब ने सब तो पहले वचन इस कौम नू स्थापित करदियां कहा, ना कोई हिंदू ना कोई मुसलमान। धारा 25 ने कहा कि सिख हिंदू कौम दे विच शामिल हैगे। साध संगत जी, असी हाजर नाजर गुरु ग्रंथ साहब दे बैठे हैं। ओ सानू देन साडे गुरुआं दियां, जिहदे विच गुरु अंगद साहब ने सानू संस्कृत दे जाल चों कढ के, क्योंकि मन्नू दी सोच ये सी कि जिहड़ी संस्कृत है, जिहड़े शास्त्र हैं, वो सिर्फ उच्च जाति दे ब्राह्मण छतरी वो पढ़ सकते हैगे हैं। रब दा ज्ञान शिक्षा किसी होर नूं नहीं मिल सकता। पर साडे गुरु साहब ने बाणी दे विच भगत रविदास महाराज दी बाणी विच पाई और गुरु अंगद साहब महाराज ने ਉਹ ਸੰਸਕ੍ਰਿਤ ਦੇ ਜਿਹੜਾ ਜੰਗਾਲ ਸੀ ਉਹਦੇ ਵਿੱਚੋਂ ਕੱਢ ਕੇ, ਸਕੰਜੇ ਚੋਂ ਕੱਢ ਕੇ ਗੁਰਮੁਖੀ ਦੀ ਲਿਪੀ ਸਾਨੂੰ ਬਖਸ਼ੀ ਤਾਂ ਕਿ ਅਸੀਂ ਇਸ ਜਿਹੜਾ ਬਾਹਮਣਵਾਦੀ ਸੋਚ ਹੈ, ਮਨੂਵਾਦੀ ਸੋਚ ਹੈ, ਇਹਦੇ ਵਿੱਚੋਂ ਛੁਟਕਾਰਾ ਪਾ ਲਈਏ। ਪਰ ਆ ਜਿਹੜੀ ਸੰਵਿਧਾਨ ਹੈ ਇਹ ਧਾਰਾ 151 ਚ 351 ਚ ਕਹਿੰਦੀ ਹੈ ਕਿ ਹਿੰਦੀ ਪ੍ਰਮੁੱਖ ਭਾਸ਼ਾ ਇਸ ਦੇਸ਼ ਦੀ ਹੋਊਗੀ, ਜਿਹਦਾ बिल्कुल जिहड़ा उहदे लफ्ज़ है, शब्दावली है, वो संस्कृत तो ही लिते जाणगे। जो काम गुरु अंगद साहब महाराज ने सानू आज़ादी दा करके दिता कि तुसी एक इहो जी लिपि ते भाषा दे विच अपने गुरु नू रब नू पा सकदे हो, वो वापस ओही मनुवादी सोच ने उस जंगाल च फसन दा सानू इह संविधान ने करता हैगा। साध संगत जी, जिहड़ा संविधान है ਉਹਦੇ ਵਿੱਚ ਜਿਹੜਾ ਤੀਜਾ ਹਿੱਸਾ ਪਾਰਟ 3 ਆਫ ਦ ਕਨਸਟੀਟਿਊਸ਼ਨ ਆਫ ਇੰਡੀਆ, ਉਹ ਸਾਡੇ ਫੰਡਾਮੈਂਟਲ ਰਾਈਟਸ ਉਹਦੇ ਬਾਰੇ ਵਿਚਾਰ ਕਰਦਾ ਹੈ, ਜਿਹਦੇ ਵਿੱਚ ਜੋ ਵੀ ਵਿਅਕਤੀ ਨੂੰ ਕੋਈ ਸਜ਼ਾ ਦੇਣੀ ਹੈ ਉਹ ਬਿਲਕੁਲ ਕਾਨੂੰਨ ਦੇ ਦਾਇਰੇ ਵਿੱਚੋਂ ਸਜ਼ਾ ਮਿਲਦੀ ਹੈ। ਪਰ ਇਹ ਧਰਤੀ ਗਵਾਹ ਹੈ, ਇਹ ਧਰਤੀ ਦੇ ਉੱਤੇ ਸੈਂਟਰ ਨੇ ਆਪਣਾ ਰਾਜ ਲਾਇਆ, ਰਬੈਰੋ ਦਿੱਤਾ, KPS ਗਿੱਲ, ਸੁਮੇਧ ਸੈਣੀ, ਅਜ਼ਾਰ ਆਲਮ, ਬੁੱਚੜ, ਐਕਸਟਰਾ ਕਨਸਟੀਟਿਊਸ਼ਨ ਕਿਲਿੰਗ ਕਰਨ ਵਾਲੇ, ਕਨਸਟੀਟਿਊਸ਼ਨ ਆਫ ਇੰਡੀਆ ਨੂੰ ਡਿਸਟਰੋਏ ਕਰਨ ਵਾਲੇ, ਉਹਨਾਂ ਨੂੰ ਖੁੱਲਾ ਹੱਥ ਦਿੱਤਾ, ਜਿਨ੍ਹਾਂ ਨੇ ਸਾਡੇ ਨੌਜਵਾਨ ਚੱਕ ਕੇ ਬੁੱਚੜਬਾਜੀ ਇਹੋ ਜੀ ਕੀਤੀ ਕਿ ਛਾਤੀਆਂ ਪਾੜ ਪਾੜ ਕੇ ਸੀਨੇ ਚੋਂ ਹਿਰਦੇ ਕੱਢੇ ਔਰ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਉਹਨਾਂ ਦੀ ਮੌਤ ਨਹੀਂ ਹੋਈ। ਸਭ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ, ਜਿਸ ਦਾ ਸਰਮੌਰ ਹਮੈਤੀ ਬੇਅੰਤ ਸਿੰਘ ਬੁੱਚੜ, ਜਿਸਨੇ ਸਭ ਤੋਂ ਜ਼ਿਆਦਾ ਖੁੱਲਾ ਹੱਥ KPS ਗਿੱਲ ਆਦ ਨੂੰ ਦਿੱਤਾ ਸੀਗਾ। ਸੈਂਟਰ ਦੀ ਸਰਕਾਰ ਨੇ ਉਹਨੂੰ ਥਾਪੜਾ ਮਾਰਿਆ। ਔਰ ਸਾਧ ਸੰਗਤ ਜੀ, ਅੱਜ ਅਸੀਂ ਉਰੇ ਬੈਠੇ ਹਾਂ ਇਸ ਕਰਕੇ ਕਿਉਂਕਿ ਜਿਨ੍ਹਾਂ ਨੇ ਉਹ ਹੁਕਮ ਜਿਹੜਾ ਅਕਾਲ ਤਖਤ ਸਾਹਿਬ ਤੋਂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸਾਨੂੰ ਕੀਤਾ ਸੀ ਕਿ ਜ਼ਬਰ ਕਦੀ ਨਹੀਂ ਸਹਿਣਾ, ਜਿਸ ਵਾਸਤੇ ਉਹਨਾਂ ਦੇ ਸਪੁੱਤ गुरु तेग बहादुर महाराज साहब ने अख नाल अख मिला के काजी नू लाल किले दे सामने कहा सीगा कि तुसी जिहड़ियां धर्म तब्दीलियां जबर नाल कर रहे हो हिंदुआं दियां, वो गलत है। उस लीहां ते तुरदे होए साडे जिहड़े अज उस समय दे नौजवान, अज साडे कौमी बुजुर्ग अज जेलां 'च बैठे हैं, ਉਹ जेलां दे विच जिहदे विच मनुवादी दा वितकरा अज भी बसदा है, जिहदे विच साडी कौम नू अज एक ਉਹ मनु दी सोच अधीन शूदर कौम बनाया होया हैगा। साडे कोई हक नहीं, साडे बीबियां दा जबर 1984 दे विच दिल्ली 'च ਉਹਨਾਂ ਦਾ रेप ते बलात्कार कीता। साडे जिहड़े धार्मिक स्थान है 1984 दे विच साडे हरमंदर साहब ते हमले करके अकाल तख्त साहब साडे आजादी दा चिन्ह ढह ढेरी कीता। साध संगत जी, इस देश ने लगातार
ਸਾਡੇ ਕੌਮ ਨੂੰ ਮੁਜਲਾਇਮ ਪੇਸ਼ਾ ਕੌਮ ਸਾਬਤ ਕਰਕੇ ਸਾਨੂੰ ਕਦੀ ਰੈਡੀਕਲ ਦਾ ਖਿਤਾਬ ਦੇ ਕੇ ਸਾਡੇ ਮਨੁੱਖੀ ਅਧਿਕਾਰਾਂ ਦੇ ਉੱਤੇ ਜ਼ਬਤ ਕਰਨ ਦਾ ਯਤਨ ਲਗਾਤਾਰ ਕੀਤਾ ਹੈਗਾ। ਜਿਹੜੀਆਂ ਮਨੁੱਖੀ ਅਧਿਕਾਰਾਂ ਅਧੀਨ ਆਪ ਜੀ ਉਰੇ ਬੈਠ ਕੇ ਅੱਜ ਆਪਣਾ ਰੋਸ ਪ੍ਰਗਟ ਕਰ ਰਹੇ ਹੋ। ਆਪ ਕਹਿ ਰਹੇ ਹੋ ਸਾਰੇ ਦੁਨੀਆ ਨੂੰ ਕਿ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹ ਦੇਸ਼ ਸਾਨੂੰ ਇੱਕ ਮਨੂਵਾਦੀ ਸੋਚ ਅਧੀਨ ਸ਼ੂਦਰ ਮਲੇਸ਼ ਗੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਹੈਗਾ। ਅੱਜ ਉਹ ਰੋਸ ਦਾ ਪ੍ਰਗਟਾਵਾ ਇੱਥੇ ਹੁੰਦਾ ਹੈਗਾ। ਇਹਦੇ ਵਿੱਚ ਜਿੱਥੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ, ਸਾਡੇ ਖੁਦ ਦੇ ਗੁਰੂ ਸਾਹਿਬ ਸੁਰੱਖਿਅਤ ਨਹੀਂ ਹਨ। ਸਟੇਟ ਦੇ ਪੱਖ ਦੇ ਜਿਹੜੇ ਡੇਰੇ ਹੈਗੇ ਆ, ਉਹਨਾਂ ਨੇ ਸਾਡੇ ਗੁਰੂ ਸਾਹਿਬ ਦੇ ਸਰੂਪ ਲੈ ਕੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟ ਕੇ ਉਹਦਾ ਕੋਈ ਇਨਸਾਫ ਨਹੀਂ ਦਿੱਤਾ। ਸਗੋਂ ਤੁਹਾਡੇ ਮੇਰੇ ਵਰਗੇ ਜਿਹੜੇ ਉੱਥੇ ਆਪਣੇ ਹੱਕ ਗੁਰੂ ਸਾਹਿਬ ਦੇ ਪੱਖ 'ਚ ਬੈਠ ਕੇ ਸ਼ਾਂਤਮਈ ਰੂਪ 'ਚ ਆਪਣਾ ਕਨਸਟੀਟਿਊਸ਼ਨਲ ਰਾਈਟ ਆਪਣੇ ਪ੍ਰੋਟੈਸਟ ਦਾ ਕਰ ਰਹੇ ਸੀ, ਉਹਦੇ ਉੱਤੇ ਸੁਮੇਧ ਸੈਣੀ ਨੇ ਆ ਬਾਦਲ ਸਰਕਾਰ ਨੇ ਉੱਥੇ ਸ਼ਰੇਆਮ ਤੇ ਖੁੱਲੀ ਗੋਲੀ ਚਲਾਈ ਹੈਗੀ ਹੈ। ਬੇਅੰਤ ਫੱਟੜ ਕੀਤੇ ਗਏ ਆ ਔਰ 2 ਸਿੰਘ ਸ਼ਹੀਦ ਗਏ ਆ। ਉਹਨਾਂ ਦਾ ਕੋਈ ਵੇਰਵਾ ਨਹੀਂ। ਸਗੋਂ ਜਿਹੜੀ ਰਾਈਫਲ ਤੋਂ ਗੋਲੀ ਨਿਕਲਦੀ ਹੈ, ਰਾਈਫਲ ਦੇ ਵਿੱਚ ਰਾਈਫਲਿੰਗ ਹੁੰਦੀ ਹੈ, ਧਾਰਾਂ ਬਣਾਈਆਂ ਹੁੰਦੀਆਂ ਤਾਂ ਕਿ ਗੋਲੀ ਜਦ ਨਿਕਲਦੀ ਹੈ ਘੁੰਮਦੀ ਹੋਈ ਨਿਕਲੇ। ਜਦ ਆਪਾਂ ਵੱਟਾ ਸੁੱਟਦੇ ਆ ਪਾਣੀ ਦੇ ਉੱਤੇ ਉਹਨੂੰ ਘੁਮਾ ਕੇ ਸੁੱਟਦੇ ਆ ਤਾਂ ਕਿ ਸਿੱਧਾ ਜਾਏ। ਇਸੇ ਤਰ੍ਹਾਂ ਰਾਈਫਲ ਤੋਂ ਵਿੱਚੋਂ ਜਦ ਗੋਲੀ ਨਿਕਲਦੀ ਹੈ ਘੁੰਮਦੀ ਨਿਕਲਦੀ ਹੈ ਤਾਂ ਕਿ ਸਿੱਧਾ ਜਾਏ, ਉੱਤੇ ਥੱਲੇ ਖੱਬੇ ਸੱਜੇ ਨਾ ਹੋਏ। ਉਹ ਰਾਈਫਲ ਦੀ ਨਿਸ਼ਾਨੀ ਜਿਹੜੀ ਗੋਲੀ ਤੇ ਪੈਂਦੀ ਹੈ, ਉਹ ਹਰੇਕ ਰਾਈਫਲ ਦੀ ਨਾਲੀ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਧਾਰਾਂ ਲੱਗੀਆਂ ਹੁੰਦੀਆਂ। ਉਹ ਧਾਰਾਂ ਦੀ ਨਿਸ਼ਾਨੀ ਉਹ ਗੋਲੀ ਦੇ ਉੱਤੇ ਬਣ ਜਾਂਦੀਆਂ ਹੈਗੀਆਂ। ਔਰ ਸਾਧ ਸੰਗਤ ਜੀ, ਉਹ ਗੋਲੀ ਜਦ ਲੱਭ ਲਈਦੀ ਹੈ, ਉਹ ਗੋਲੀ ਜਿਹੜੀ ਅੰਦਰ ਵੜਦੀ ਹੈ ਉਹਦਾ ਤੇ ਧਾਰਾਂ ਦੇਖ ਕੇ ਪਤਾ ਲੱਗ ਜਾਂਦਾ ਕਿਹੜੀ ਨਾਲੀ ਤੋਂ ਇਹ ਗੋਲੀ ਚੱਲੀ ਹੈਗੀ ਹੈ। ਪੁਲਿਸ ਨੇ ਗੋਲੀਆਂ ਚਲਾਈਆਂ, ਉਹ ਗੋਲੀਆਂ ਇਕੱਠੀਆਂ ਕੀਤੀਆਂ ਗਈਆਂ। ਉਹ ਗੋਲੀਆਂ ਜਿੱਥੇ ਇਕੱਠੀਆਂ ਕੀਤੀਆਂ ਗਈਆਂ ਉਹ ਮਾਲਖਾਨੇ 'ਚ ਰੱਖੀਆਂ ਹੋਈਆਂ ਗੋਲੀਆਂ ਦੇ ਉੱਤੇ ਝਰੀਟਾਂ ਲਾ ਕੇ ਉਹ ਗੋਲੀਆਂ ਦਾ ਸਬੂਤ ਭੰਗ ਕੀਤਾ ਗਿਆ। ਕਿਹਨੇ ਕੀਤਾ? ਸਟੇਟ ਨੇ ਕੀਤਾ, ਪੁਲਿਸ ਨੇ ਕੀਤਾ, ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਕਿਹੜੀ ਰਾਈਫਲ ਤੋਂ ਕਿਹੜੀ ਗੋਲੀ ਚੱਲੀ ਗਈ ਹੈ। ਲਗਾਤਾਰ ਇਹ ਸਟੇਟ ਸਾਡੇ ਨਾਲ ਚੀਟਿੰਗ ਕਰਦਾ ਹੈ, ਸਾਡੇ ਨਾਲ ਵਿਤਕਰਾ ਕਰਦਾ ਹੈ, ਸਾਡੇ ਹੱਕ ਖੋਂਦਾ ਹੈ ਤੇ ਸਾਡੇ ਸਬੂਤ ਮਟਾਉਂਦਾ ਹੈ। ਅੱਜ ਤੱਕ ਸਾਡੇ ਕੇਰ ਸਿੰਘ ਵਰਗੇ ਜਿਨ੍ਹਾਂ ਨੇ ਸਬੂਤ ਇਕੱਠੇ ਕੀਤੇ ਸੀਗੇ, ਦੁਰਗਾਨਾ ਮੰਦਿਰ ਜਿੱਥੇ ਉਹ ਲక్ష్ਮੀ ਕਾਂਤਾ ਚਾਵਲਾ ਪ੍ਰਧਾਨ ਹੈ, ਉੱਥੇ ਜਾ ਕੇ ਜਿਹੜੇ ਉਹਨਾਂ ਨੇ ਸ਼ਮਸ਼ਾਨ ਘਾਟ ਦਾ ਡੇਟਾ ਕੱਢਿਆ ਸੀ, ਉਹਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। 1984 ਦੇ ਕੇਸ ਦਾ ਇਨਸਾਫ ਨਹੀਂ ਮਿਲਿਆ। ਸਾਨੂੰ ਹਰੇਕ ਪੱਖੋਂ ਇਹ ਸਟੇਟ ਨੀਵਾਂ ਰੱਖਦਾ। ਸਾਨੂੰ ਅੱਜ ਸ਼ੂਦਰ ਨਹੀਂ ਕਹਿੰਦਾ, ਸਾਨੂੰ ਰੈਡੀਕਲ ਕਹਿ ਦਿੰਦਾ। ਰੈਡੀਕਲ ਕਰਕੇ ਸਾਡੇ ਸਾਰੇ ਹੱਕ ਖੋਹ ਲੈਂਦਾ ਹੈਗਾ। ਅੱਜ ਜਿਨ੍ਹਾਂ ਨੇ ਹੋਰ ਕੋਈ ਕ੍ਰਾਈਮ ਕੀਤੇ ਹੈ, ਹੋਰ ਕੋਈ, ਪਰ ਇਹ ਕ੍ਰਾਈਮ ਵੀ ਨਹੀਂ ਕੀਤੇ, ਹੋਰਾਂ ਨੂੰ ਜਿਹੜਾ ਨੂੰ ਸਜ਼ਾ ਮਿਲੀ ਹੈ, ਕਿਸੇ ਵੀ ਸਿੰਘ ਨੂੰ ਇੰਨੇ ਸਮੇਂ ਵਾਸਤੇ ਅੰਦਰ ਸਟੇਟ ਨਹੀਂ ਰੱਖਿਆ, ਸਿਰਫ ਤੇ ਸਿਰਫ ਸਿੱਖਾਂ ਨੂੰ ਰੱਖਿਆ ਹੈਗਾ। ਜਿਹੜਾ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਥਾਪਿਤ ਕੀਤਾ ਸੀ, ਜਿਹਦੇ ਵਿੱਚ ਵੰਡ ਛਕੋ, ਜਿਹੜਾ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਆਪਣੇ ਮੋਰਚੇ 'ਚ ਦੇਖਿਆ ਸੀਗਾ, ਜਿਹਦੇ ਵਿੱਚ ਗੁਰੂ ਕੀ ਗੋਲਕ ਗਰੀਬ ਕਾ ਮੂੰਹ, ਜਿੱਥੇ ਵੰਡ ਛਕੋ ਦੇ ਹੁਕਮ ਸੀਗੇ, ਅੱਜ ਉਹ ਖਾਲਸਾ ਪੰਥ ਦਾ ਲਫ਼ਜ਼ ਲੈਣਾ, ਜਿੱਥੇ ਤੁਸੀਂ ਅੱਜ ਹਿੰਦੁਸਤਾਨ ਕਹਿ ਸਕਦੇ ਹੋ, ਰਾਮ ਰਾਜ ਕਹਿ ਸਕਦੇ ਹੋ, ਪਾਰਲੀਮੈਂਟ 'ਚ ਖਾਲਸਾਸਤਾਨ ਕਹਿਣ ਤੇ ਵੀ ਪਾਬੰਦੀ ਉਹਨਾਂ ਨੇ ਲਾਤੀ ਹੈਗੀ ਹੈ। ਭਾਵੇਂ ਕਿ ਸੁਪਰੀਮ ਕੋਰਟ ਵੱਲੋਂ ਖਾਲਿਸਤਾਨ ਕਹਿਣਾ ਕੋਈ ਜ਼ੁਲਮ ਨਹੀਂ ਹੈਗਾ, ਜਿੰਨੀ ਦੇਰ ਤੁਸੀਂ ਸ਼ਾਂਤਮਈ ਰੂਪ ਦੇ ਵਿੱਚ ਕਰਦੇ ਹੈਗੇ ਹੋ। ਪਰ ਇਹ ਵਿਤਕਰਾ ਸਿਰਫ ਤੇ ਸਿਰਫ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਵਿਤਕਰੇ ਇਹ ਸਟੇਟ ਲਗਾਤਾਰ ਕਰਦਾ ਆ ਰਿਹਾ ਹੈਗਾ। ਸਾਧ ਸੰਗਤ ਜੀ, ਜੇ ਇੱਥੇ ਚੋਣ ਹੁੰਦੇ ਆ ਤਾਂ ਉਦੋਂ ਮਟਾਏ ਜਾਂਦੇ ਆ, ਪਰ ਜੇ ਬਾਦਲ ਦੀ ਕੋਈ ਚੋਣ ਹੋਏ ਉਹਨੂੰ ਦਿੱਤਾ ਜਾਂਦਾ ਹੈ। ਮੈਂ ਖੁਦ ਦੇਖਿਆ ਜਦ ਕੱਥੂ ਨੰਗਲ ਗਏ ਸੀਗੇ, ਉੱਥੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਆ ਚੁਟਾਲੇ ਭਰਾ ਬੈਠੇ ਸੀ, ਆ ਬੀਬੀ ਸੁਸ਼ਮਾ ਸਵਰਾਜ ਉੱਥੇ
आई सी जिन्हें कहा गंगू दा कोई कसूर नहीं सीगा, जिसने उत्थे जाके टीचरां दे फंडां नूं उन्हां दी भर्ती दे विच चौटाले ने घोटाले कीते, ਉਹ ਅੱਜ ਜੇਲਾਂ 'ਚ ਬੈਠੇ ਹੈਗੇ ਆ। ਉਹਨਾਂ ਨੂੰ ਬਿਲਕੁਲ ਸਟੇਜ ਦੇ ਉੱਤੇ ਸਾਹਮਣੇ ਰੱਖਿਆ ਬਾਦਲ ਸਾਹਿਬ ਨੇ, ਸਾਡੇ ਉੱਤੇ ਗੋਲੀਆਂ ਚਲਾਈਆਂ, ਸਾਡੇ ਪ੍ਰਧਾਨ ਦੀ ਪੱਗ ਲਾਈ, ਸਾਡੇ ਉੱਤੇ ਡਾਂਗਾਂ ਤੇ ਤਲਵਾਰਾਂ ਨਾਲ ਹਮਲੇ ਕੀਤੇ ਐਸਜੀਪੀਸੀ ਨੇ। ਅਸੀਂ ਉਦੋਂ ਕੋਈ ਪਰਚਾ ਨਹੀਂ ਦਰਜ ਕੀਤਾ, ਅਸੀਂ ਕੁਝ ਵੀ ਇਹ ਨਹੀਂ ਮੰਨਿਆ। ਅਸੀਂ ਆਪਣੇ ਗੁਰੂ ਘਰ ਨੂੰ ਸਾਫ਼ ਕਰਨ ਗਏ ਸੀਗੇ, ਪਰ ਅਸੀਂ ਕੋਈ ਪਰਚੇ ਨਹੀਂ ਦਰਜ ਕੀਤੇ, ਚਾਹੇ ਸਾਡੇ ਉੱਤੇ ਵਾਰ ਹੋਇਆ। ਮੈਂ ਸਮਝਦਾ ਕਿ ਜਿਹੜੀ ਸੰਸਥਾ 328 ਸਰੂਪ ਛਪਾਉਂਦੀ ਹੈ, ਉਹਦਾ ਹਿਸਾਬ ਰੱਖਦੀ ਹੈ, ਰਜਿਸਟਰ ਮੇਨਟੇਨ ਕਰਦੀ ਹੈ, ਕਿੰਨੇ ਕਾਗਜ਼ ਆਏ, ਕਿੰਨੇ ਪੰਨੇ ਛਪੇ, ਕਿੰਨੇ ਅੰਗ ਬਣੇ, ਕਿੰਨੇ ਸਰੂਪ ਬਣਾਏ ਗਏ ਗੁਰੂ ਸਾਹਿਬ ਦੇ, ਉਹਦਾ ਕੱਲਾ ਕੱਲਾ ਰਜਿਸਟਰ ਤੇ ਰਿਕਾਰਡ ਚੜਦਾ ਹੈ। 5 ਸਾਲ ਉਹਨਾਂ ਨੂੰ ਸਬੂਤ ਹੀ ਨਹੀਂ ਪਤਾ ਲੱਗਿਆ, ਜਿੰਨੀ ਦੇਰ ਉਤਲੀ ਹਾਈ ਕਮਾਂਡ ਦੀ ਉਹਦੇ ਵਿੱਚ ਮਿਲੀ ਭੁਗਤ ਨਹੀਂ ਸੀ, 77 ਰਜਿਸਟਰ ਚੈੱਕ ਨਹੀਂ ਸੀ ਕਰਦੇ। ਆ ਜਿਹੜਾ ਕੋਲੀ ਸਤਿੰਦਰਪਾਲ ਸੀਏ ਸੁਖਬੀਰ ਸਿੰਘ ਬਾਦਲ ਦਾ ਹੈ, ਪੀਟੀਸੀ ਚੈਨਲ ਚਲਾਉਂਦਾ, ਆਰਬਿਟ ਬੱਸਾਂ ਚਲਾਉਂਦਾ, ਉਹਨੂੰ ਆਡੀਟਰ ਦੇ ਤੌਰ ਤੇ 10 ਕਰੋੜ ਰੁਪਈਆ ਤਨਖਾਹ ਦਿੱਤੀ ਗਈ, ਉਹਨੇ 5 ਸਾਲ ਚੈਕਿੰਗ ਨਹੀਂ ਕੀਤੀ। ਉਹ 328 ਸਰੂਪ ਬਿਨਾਂ ਹਾਈ ਕਮਾਂਡ ਦੇ ਨੌਲੇਜ ਦੇ ਬਿਨਾਂ ਉਹ ਕਿਵੇਂ ਨਿਕਲ ਸਕਦੇ ਹੈਗੇ ਆ? ਇਹ ਸ਼ਰੇਆਮ ਮਿਲੀ ਭੁਗਤ ਹੈ, ਆਪਸ ਦੇ ਵਿੱਚ ਹੀ ਫੈਸਲੇ ਕਰਕੇ ਛੋਟੇ ਮੁਲਾਜ਼ਮਾਂ ਤੇ ਇਲਜ਼ਾਮ ਲਾ ਕੇ ਆ ਵੱਡੀਆਂ ਵੱਡੀਆਂ ਜਿਹੜੀਆਂ ਉਰੇ ਸਟੇਜਾਂ ਤੇ ਆ ਕੇ ਸਾਨੂੰ ਕਹਿੰਦੀਆਂ ਕਿ ਅਸੀਂ ਤੁਹਾਡੇ ਨਾਲ ਹੈ। ਇਹਨਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਵੀ ਘਪਲੇ ਕੀਤੇ ਹੋਏ ਆ। ਸਾਧ ਸੰਗਤ ਜੀ, ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਆਪਣੀਆਂ ਰੋਂਦੀਆਂ ਪੀਂਦੇ ਆ। ਇਹਨਾਂ ਨੇ ਤਾਂ ਸਾਡੀ ਜਮਹੂਰੀਅਤ ਵੀ ਭੰਗ ਕਰਤੀ। ਉਹ ਜਮਹੂਰੀਅਤ ਜਿਹੜੀ ਸਿੰਘ ਸਭਾ ਲਹਿਰ ਨੇ ਜਾ ਕੇ 200 ਦਾ ਜਥਾ ਸਿੰਘਾਂ ਦਾ ਨਨਕਾਣਾ ਸਾਹਿਬ ਜਾਪ ਕਰਦੇ, ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਕੇ ਉੱਥੇ ਸਾਨੂੰ ਐਸਜੀਪੀਸੀ ਦੇ ਕਬਜ਼ੇ ਗੁਰੂ ਘਰਾਂ 'ਚ ਕਰਾਏ ਸੀਗੇ, ਜਿਹਦੇ ਵਿੱਚ 4000 ਮੋਰਚੇ ਦੇ ਵਿੱਚ 4000 ਮੌਤਾਂ ਹੋਈਆਂ ਸੀਗੀਆਂ, ਜਿਹਦੇ ਵਿੱਚ ਗ੍ਰਿਫਤਾਰੀਆਂ ਲੱਖਾਂ ਦੀਆਂ ਹੋਈਆਂ ਸੀ, ਲੱਖਾਂ ਦੇ ਜੁਰਮਾਨੇ ਕ੍ਰਿਮੀਨਲ ਕੇਸ ਲੱਗੇ ਸੀਗੇ, ਜਿਸ ਕਰਕੇ ਜਮਹੂਰੀਅਤ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਐਸਜੀਪੀਸੀ ਤਹਿਤ ਸਿੱਖ ਗੁਰਦੁਆਰਾ ਐਕਟ ਰਾਹੀਂ ਆਈ ਸੀਗੀ। ਉਹ ਜਮਹੂਰੀਅਤ ਜਿਹੜੀ ਕਹਿੰਦੀ ਹੈ 5 ਸਾਲ ਬਾਅਦ ਚੋਣ ਕਰੋ, ਉਹ ਵੀ ਜਮਹੂਰੀਅਤ ਸਾਡੀ ਭੰਗ ਕਰਤੀ ਹੈਗੀ ਹੈ। ਅੱਜ 12 ਸਾਲ ਹੋ ਗਏ, ਚੋਣ ਨਹੀਂ ਹੋ ਰਹੇ, ਕਹਿੰਦੇ ਆ ਕਿ ਅਸੀਂ ਪ੍ਰਧਾਨ ਐਸਜੀਪੀਸੀ ਦੇ ਆ। ਉਹ ਜਦ ਤੁਸੀਂ ਚੁਣਿਆ ਹੀ ਨਹੀਂ, ਜਦ ਤੁਹਾਨੂੰ ਵੋਟ ਨਹੀਂ ਪਈ, ਤੁਹਾਡੀ ਕਿਹੜੀ ਪ੍ਰਧਾਨਗੀ ਹੈ? ਕਿੰਨੇ ਬਣਾਇਆ? ਤੁਸੀਂ ਸਰਕਾਰ ਦੇ ਬਣੇ ਹੋਏ ਹੋ, ਸਰਕਾਰੀ ਬੰਦੇ ਹੋ, ਤੁਹਾਡਾ ਮੈਂਡੇਟ ਲੋਕਾਂ ਤੋਂ ਨਹੀਂ ਆਇਆ ਹੈਗਾ। ਗੁਰੂ ਸਾਹਿਬ ਦੀ ਮਾਨਤਾ ਦੇਖੋ, ਗੁਰੂ ਸਾਹਿਬ ਕੀ ਕਹਿੰਦੇ ਆ? ਸੰਗਤ 21 ਬਿਸਵੇ ਗੁਰੂ 20 ਬਿਸਵੇਰੇ। ਇਸ ਸੰਗਤ ਦੀ ਮਾਨਤਾ ਤਾਂ ਗੁਰੂ ਸਾਹਿਬ ਵੀ ਮੰਨਦੇ ਆ, ਤੇ ਤੁਸੀਂ ਤਾਂ ਐਕਟ ਦੇ ਅਧੀਨ 5 ਸਾਲ ਦੀ ਟਰਮ ਲੈ ਕੇ ਆਉਂਦੇ ਹੋ। ਤੁਸੀਂ ਆਪਣੇ ਚੋਣ ਹੀ ਨਹੀਂ ਕਰਾਏ। ਧਾਰਾ 87 ਚ ਨਾ ਪੰਜਾਬ ਸਰਕਾਰ ਨੇ ਸਾਡੇ ਲੋਕਲ ਗੁਰਦੁਆਰਿਆਂ ਦੀ ਕਰਾਈ ਹੈ, ਨਾ ਐਸਜੀਪੀਸੀ ਨੇ ਰეკਮੈਂਡ ਕੀਤੀ ਹੈ। ਸਾਡੀ ਜਮਹੂਰੀਅਤ ਭੰਗ ਕਰਕੇ ਉਹੀ ਮਹੰਤਗਿਰੀ ਸਿਸਟਮ ਤੁਸੀਂ ਚਲਾਇਆ ਹੋਇਆ, ਜਿਹਦੇ ਰਾਜ ਦੇ ਵਿੱਚ ਤੁਸੀਂ ਮਿਲੀ ਭੁਗਤ ਸੈਂਟਰ ਨਾਲ ਕਰਕੇ ਅੱਜ ਤੱਕ ਜਿਹੜੇ 1996 ਤੁਹਾਡੇ ਮੈਨੀਫੈਸਟੋ 'ਚ ਕਿਹਾ ਸੀਗਾ, ਉਹ ਅਫਸਰਾਂ ਦਾ ਲੇਖਾ ਜੋਖਾ ਕੀਤਾ ਜਾਊਗਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਰੇ ਗੰਦ ਪਾਇਆ ਹੈਗਾ, ਉਹੀ ਸਰਕਾਰਾਂ ਮਿਲੀ ਭੁਗਤ ਕਰਕੇ ਜਦ ਇਹਨਾਂ ਦੇ ਹੱਥ 'ਚ ਸਭ ਕੁਝ ਸੀਗਾ, ਉਦੋਂ ਇੱਕ ਵੀ ਬੰਦੀ ਸਿੰਘ ਦੇ ਪੱਖ 'ਚ ਇਹਨਾਂ ਨੇ ਕੰਮ ਨਹੀਂ ਕੀਤਾ। ਉਹਨਾਂ ਦੇ ਰਾਜ ਦੇ ਵਿੱਚ 328 ਸਰੂਪ ਗਏ, ਉਹਨਾਂ ਦੇ ਰਾਜ ਦੇ ਵਿੱਚ ਬਰਗਾੜੀ 'ਚ ਗੋਲੀਆਂ ਚੱਲੀਆਂ ਹੈਗੀਆਂ। ਫਿਰ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਵਿਤਕਰਾ ਕਿਉਂ ਹੁੰਦਾ ਹੈ? ਇਨਸਾਫ ਕਿੱਥੇ ਹੈ? ਜਮਹੂਰੀਅਤ ਕਿੱਥੇ ਹੈ? ਕਾਨੂੰਨ ਕਿੱਥੇ ਹੈ? ਸਾਡੇ ਹੱਕ ਕਿੱਥੇ ਹੈ? ਅਸੀਂ ਕੋਈ ਇਹੋ ਜੀ ਕੌਮ ਨਹੀਂ ਹੈ। ਅਸੀਂ 6ਵੇਂ ਪਾਤਸ਼ਾਹ ਦੇ ਵਸਾਏ ਹੋਏ ਉਹ ਤੇਗ ਬਹਾਦਰ, ਉਹਨਾਂ ਦੇ ਸਪੂਤ, ਉਹਨਾਂ ਵਾਂਗੂ ਮਨੁੱਖੀ ਅਧਿਕਾਰਾਂ ਦੇ ਉੱਤੇ ਖੜਨ ਵਾਸਤੇ ਦਸਮ ਪਿਤਾ ਦੇ ਬਣਾਏ ਹੋਏ ਆਪਣੇ ਹੱਕ ਲੈਣ ਵਾਸਤੇ ਕੌਮ ਹੈ। ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਜਾਗਦੀ ਜ਼ਮੀਰ ਨੇ ਉਰੇ ਤੁਹਾਨੂੰ ਸੱਦਿਆ, ਜਾਗਦੀ ਜ਼ਮੀਰ ਨੇ ਤੁਹਾਨੂੰ ਇਸ ਮੋਰਚੇ ਦੇ ਵਿੱਚ ਹਿੱਸਾ ਲੈਣ ਨੂੰ ਇਹ ਮੌਕਾ ਦਿੱਤਾ ਹੈ। ਇਹ ਜਾਗਦੀ ਜ਼ਮੀਰ ਉਹੀ ਜ਼ਮੀਰ ਹੈ ਜਿਹੜੀ ਗੁਰੂ ਸਾਹਿਬ ਇਸ ਧਰਤੀ ਤੇ ਸਾਨੂੰ ਇੱਕ ਦੇ ਕੇ ਗਏ ਸੀਗੇ, ਜਿਸ ਅਧੀਨ ਅਸੀਂ 11ਵੇਂ ਗੁਰੂ ਸਾਹਿਬ ਦੇ ਅਧੀਨ ਅੱਜ ਬੈਠ ਕੇ ਆਪਣੇ ਹੱਕਾਂ ਲੈਣ ਦਾ ਪ੍ਰਣ ਕਰ ਰਹੇ ਹਾਂ। ਡਟੇ ਰਹੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਡੇ ਨਾਲ ਹੈ। ਆਸ ਕਰਦੇ ਹਾਂ ਆਪਾਂ ਸਾਰੇ ਉੱਥੇ ਮੇਲ ਕਰਾਂਗੇ ਜਿੱਥੇ ਸਾਨੂੰ ਇਨਸਾਫ ਮਿਲਿਆ ਹੋਏ। ਉਹ ਗੁਰੂ ਸਾਹਿਬ ਦਾ ਸਾਡੇ ਉੱਤੇ ਮਿਹਰ ਦਾ ਭਰਿਆ ਹੱਥ ਰਹੇ। ਇਹੀ ਬੇਨਤੀਆਂ ਕਰਦਾ ਆਗਿਆ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।